ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੰਧੀ ਸੱਜਣ ਸੰਤ ਜੀ ਮਹਾਰਾਜ ਦੇ ਸਾਧਾਰਨ ਕੀਰਤਨ ਦੇ ਆਸ਼ਕ ਹੋ ਗਏ। ਵਾਰੀ-ਵਾਰੀ ਹੈਦਰਾਬਾਦ ਦੇ ਗੁਰਦੁਆਰਿਆਂ ਵਿੱਚ ਸਤਸੰਗ ਹੋਣਾ ਆਰੰਭ ਹੋ ਗਿਆ। ਨਾਮ ਅਤੇ ਬਾਣੀ ਦਾ ਬੜਾ ਪ੍ਰਵਾਹ ਚੱਲਿਆ ਅਤੇ ਕਈ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ। ਹੈਦਰਾਬਾਦ ਦੇ ਪਾਸ ਇੱਕ ਗਲਾ ਨਾਮੀ ਜਗ੍ਹਾ ਹੈ। ਇੱਥੇ ਸਰਦਾਰ ਗਿਆਨ ਸਿੰਘ ਜੀ ਸੰਤ ਜੀ ਮਹਾਰਾਜ ਨੂੰ ਲੈ ਗਏ। ਬੜੇ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ ਅਤੇ ਇੱਕ ਤਸ਼ਤਰੀ ਪੌਂਡਾਂ ਦੀ ਭਰ ਕੇ ਉੱਤੇ ਕੁਝ ਇਲਾਚੀਆਂ ਰੱਖ ਦਿੱਤੀਆਂ ਅਤੇ ਸੰਤ ਜੀ ਮਹਾਰਾਜ ਦੀ ਨਜ਼ਰ ਕੀਤੀ। ਇਲਾਚੀਆਂ ਸਮਝ ਕੇ ਸੰਤ ਜੀ ਨੇ ਤਸ਼ਤਰੀ ਫੜ ਲਈ ਅਤੇ ਸਹਿਜ ਸੁਭਾਅ ਆਖਿਆ ਕਿ ਭਾਈ ਇਲਾਚੀਆਂ ਬਹੁਤ ਭਾਰੀਆਂ ਹਨ। ਸਰਦਾਰ ਗਿਆਨ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸ਼ ਭੇਟ ਹੈ। ਜਦ ਸੰਤ ਜੀ ਮਹਾਰਾਜ ਇਲਾਚੀਆਂ ਜਥੇ ਵਿੱਚ ਵਰਤਾਉਣ ਲੱਗੇ, ਨਾਲ ਹੀ ਇੱਕ ਪੌਂਡ ਹੱਥ ਵਿੱਚ ਆ ਗਿਆ ਅਤੇ ਕਹਿਣ ਲੱਗੇ ਕਿ ਇਸ ਕਰਕੇ ਤਸ਼ਤਰੀ ਭਾਰੀ ਸੀ। ਫਿਰ ਫਰਮਾਇਆ ਕਿ ਭਾਈ ਇਹ ਪੀਲੀ ਮਿੱਟੀ ਹੈ, ਇਸ ਦੀ ਲਿਸ਼ਕ ਵਿੱਚ ਫਸ ਕੇ ਪ੍ਰੇਮੀ ਇਸ ਦੇ ਗੁਲਾਮ ਬਣ ਜਾਂਦੇ ਹਨ। ਸਾਡੇ ਇਹ ਕਿਸ ਕੰਮ ਹੈ। ਪ੍ਰਸ਼ਾਦਾ ਅਤੇ ਬਸਤਰ ਪ੍ਰੇਮੀ ਸਹਿਜ ਸੁਭਾਅ ਲੋੜ ਅਨੁਸਾਰ ਦੇਈ ਜਾਂਦੇ ਹਨ। ਜਿੱਥੇ ਕਿਧਰੇ ਲੈ ਜਾਣਾ ਹੋਵੇ ਟਿਕਟ ਆਪ ਖਰੀਦ ਲੈਂਦੇ ਹਨ। ਅਸਾਂ ਇਸ ਨੂੰ ਪੱਲੇ ਕਾਹਦੇ ਲਈ ਬੰਨ੍ਹਣਾ ਹੈ। ਸੰਤ ਜੀ ਦੇ ਇਹ ਬਚਨ ਸੁਣ ਕੇ ਪ੍ਰੇਮੀਆਂ ਨੂੰ ਗੁਰੂ ਅਰਜਨ ਦੇਵ ਜੀ ਦੀ 9ਵੀਂ ਅਸ਼ਟਪਦੀ ਦੀ ਇਹ ਪੌੜੀ ਸੁੱਤੇ ਸਿੱਧ ਹੀ ਯਾਦ ਆ ਗਈ। ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਸੰਤ ਜੀ ਮਹਾਰਾਜ ਇੱਕ ਦਿਨ ਹੈਦਰਾਬਾਦ ਸਥਿਤ ਪਾਗਲਖਾਨੇ ਗਏ, ਜਿੱਥੇ ਸੈਂਕੜੇ ਪਾਗਲ ਬੰਦ ਸਨ। ਸੰਤ ਜੀ ਦੇ ਪਾਵਨ ਦਰਸ਼ਨ ਕਰਕੇ ਪਾਗਲਾਂ ਨੂੰ ਸਾਰੀਆਂ ਮਾੜੀਆਂ ਹਰਕਤਾਂ ਛੱਡ ਦਿੱਤੀਆਂ ਤੇ ਸ਼ਾਂਤ ਹੋ ਕੇ ਬੈਠ ਗਏ। ਸੰਤ ਜੀ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਥੱਲੇ ਦਿੱਤੇ ਸ਼ਬਦ ਦਾ ਕੀਰਤਨ ਕੀਤਾ। ਮੂਕ ਉਚਰੇ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ। ਸਾਰੇ ਪਾਗਲਾਂ ਦਾ ਪਾਗਲਪਨ ਦੂਰ ਹੋ ਗਿਆ ਅਤੇ ਅਰੋਗ ਹੋ ਗਏ। ਸੰਤ ਜੀ ਨੇ ਕਿਹਾ, ਇਹਨਾਂ ਵਿੱਚ ਕੋਈ ਰੋਗੀ ਨਹੀਂ, ਸਭ ਨੂੰ ਘਰ ਜਾਣ ਦਿਓ। ਤੇ ਬਾਅਦ ਵਿੱਚ ਡਾਕਟਰੀ ਪ੍ਰੀਖਿਆ ਦੁਆਰਾ ਸਵਸਥ ਸਿੱਧ ਹੋਏ ਤੇ ਬੰਧਨ ਮੁਕਤ ਕੀਤੇ ਗਏ। ਇੱਕ ਦਿਨ ਹੈਦਰਾਬਾਦ ਨਹਿਰ ਦੇ ਕਿਨਾਰੇ ਸੋਦਰ ਦਾ ਦੀਵਾਨ ਸੱਜਿਆ। ਇਕਾਂਤ ਅਸਥਾਨ ਤੇ ਸੰਗਤ ਦੇ ਪ੍ਰੇਮ ਅਤੇ ਸੰਤ ਜੀ ਮਹਾਰਾਜ ਦੇ ਇਲਾਹੀ ਰੰਗ ਵਿੱਚ ਰੰਗੇ ਹੋਏ ਕੀਰਤਨ ਨੇ ਉਹ ਆਨੰਦ ਬਣਾਇਆ ਕਿ ਪਸ਼ੂ ਪੰਛੀ ਸਭ ਖਿੱਚੇ ਹੋਏ ਆ ਗਏ। ਇੱਕ ਕੁਕਰੀ ਪ੍ਰੇਮ ਦੀ ਤਾਰ ਦੀ ਬੱਧੀ ਹੋਈ ਸੰਤ ਜੀ ਮਹਾਰਾਜ ਦੇ ਸਾਹਮਣੇ ਬੈਠੀ ਰਹੀ ਅਤੇ ਇੱਕ ਟੱਕ ਦਰਸ਼ਨ ਵਿੱਚ ਜੁੜੀ ਰਹੀ। ਜਦ ਦੀਵਾਨ ਦਾ ਭੋਗ ਪਿਆ ਤਦ ਸਾਰੀ ਸੰਗਤ ਵਿੱਚ ਮਿਸ਼ਰੀ ਦਾ ਪ੍ਰਸ਼ਾਦ ਵਰਤਿਆ। ਸੰਤ ਜੀ ਮਹਾਰਾਜ ਨੇ ਆਪਣੇ ਹੱਥੀਂ ਇਸ ਕੁਕਰੀ ਨੂੰ ਪ੍ਰਸ਼ਾਦ ਦਿੱਤਾ। ਇਹ ਬੜੇ ਪ੍ਰੇਮ ਨਾਲ ਮਿਸ਼ਰੀ ਛਕੇ ਅਤੇ ਨਾਲੇ ਸੰਤ ਜੀ ਮਹਾਰਾਜ ਦੇ ਦੀਦਾਰ ਵਿੱਚ ਜੁੜੀ ਰਹੇ। ਇਸ ਨੂੰ ਇਸ ਰੰਗ ਵਿੱਚ ਦੇਖ ਕੇ ਸੰਤ ਜੀ ਹੱਸ ਕੇ ਬੋਲੇ ਕਿ ਭਾਈ ਸਭ ਵਿੱਚ ਵਾਹਿਗੁਰੂ ਪਰਿਪੂਰਨ ਹੈ। ਹੈਦਰਾਬਾਦ ਤੋਂ ਸੰਤ ਕਰਾਚੀ ਅੱਪੜੇ ਅਤੇ ਇੱਥੇ ਨਾਮ ਬਾਣੀ ਦੀ ਸ਼ਹਿਬਰ ਲਾਈ। ਕੁਝ ਦਿਨ ਸੰਤ ਜੀ ਮਨੋਰੇ ਵੀ ਠਹਿਰੇ ਅਤੇ ਇੱਕ ਮਾਈ ਨੇ ਬੜੀ ਸੇਵਾ ਕੀਤੀ। ਇਸ ਨੇ ਅਰਦਾਸ ਕੀਤੀ ਕਿ ਮੇਰੇ ਘਰ ਪੁੱਤਰ ਕੋਈ ਨਹੀਂ। ਮਹਾਰਾਜ ਨੇ ਹੱਸ ਕੇ ਆਖਿਆ, ਭੋਲੀਏ ਤੂੰ ਗੂੰ ਮੂਤ ਕਾਹਦੇ ਲਈ ਹੁੰਝਣਾ ਹੈ, ਤੈਨੂੰ ਕਰਤਾਰ ਪਲਿਆ ਪਲਾਇਆ ਪੁੱਤਰ ਦੇਵੇਗਾ। ਸੰਤ ਜੀ ਮਹਾਰਾਜ ਦੇ ਜਾਣ ਤੋਂ ਕੁਝ ਦਿਨ ਮਗਰੋਂ ਮਾਈ ਨੂੰ ਇੱਕ ਭੁਜੰਗੀ ਮਿਲ ਗਿਆ, ਜੋ ਮਾਈ ਨੇ ਬੜੇ ਪ੍ਰੇਮ ਨਾਲ ਪਾਲਿਆ। ਇਹ ਮਾਈ ਬਹੁਤ ਚਿਰ ਮਨੋਰੇ ਰਹਿੰਦੀ ਰਹੀ ਅਤੇ ਉਹ ਲੜਕਾ ਉਸ ਮਾਈ ਦੀ ਮਾਂ ਜਾਏ ਪੁੱਤਰਾਂ ਨਾਲੋਂ ਵੱਧ ਸੇਵਾ ਕਰਦਾ ਰਿਹਾ। ਮਨੋਰੇ ਵਿੱਚ ਇੱਕ ਸੇਠ ਨੇ ਅਖੰਡ ਪਾਠ ਰਖਵਾਇਆ। ਭਾਈ ਗੁਲਾਬ ਸਿੰਘ ਜੀ ਅੰਮ੍ਰਿਤਸਰ ਵਾਲੇ ਪਾਠ ਦੀ ਸੇਵਾ ਵਿੱਚ ਸਨ। ਪਾਠ ਦੇ ਵਿਚਕਾਰਲੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਨੇ ਭਾਈ ਗੁਲਾਬ ਸਿੰਘ ਜੀ ਨੂੰ ਆਖਿਆ ਕਿ ਜਲ ਲੈ ਆਵੋ। ਜਦ ਜਲ ਆ ਗਿਆ ਤਾਂ ਸੰਤ ਜੀ ਇਸ ਪ੍ਰੇਮੀ ਨੂੰ ਨਾਲ ਲੈ ਕੇ ਜੰਗਲ ਪਾਣੀ ਗਏ। ਮੈਦਾਨ ਖੇਡਣ ਦੇ ਮਗਰੋਂ ਸੰਤ ਜੀ 5 ਇਸ਼ਨਾਨਾਂ ਕਰਕੇ ਬੈਠ ਗਏ। ਕੁਝ ਚਿਰ ਇੱਕ ਰਸ ਰੂਪ ਬੈਠੇ ਰਹੇ। ਫਿਰ ਫਰਮਾਇਆ, ਭਾਈ ਗੁਲਾਬ ਸਿੰਘ, ਕੱਲ ਅੰਮ੍ਰਿਤ ਵੇਲੇ 2 ਵਜੇ ਭਾਈ ਅਮਲੋਕ ਸਿੰਘ ਨੇ ਗੋਲੀ ਨਾਲ ਸ਼ਹੀਦ ਹੋ ਜਾਣਾ ਹੈ। ਉਹ ਹਮੇਸ਼ਾ ਹਜ਼ੂਰ ਸਾਹਿਬ ਪਹੁੰਚਣ ਦੀ ਖਿੱਚ ਰੱਖਦਾ ਹੈ। ਸਤਿਗੁਰ ਕਲਗੀਆਂ ਵਾਲੇ ਉਸ ਨੂੰ ਇੱਥੋਂ ਹੀ ਆਪਣੀ ਹਜ਼ੂਰੀ ਵਿੱਚ ਮੰਗਵਾ ਲੈਣਗੇ। ਇਹ ਸੱਚੇ ਪਾਤਸ਼ਾਹ ਦੀ ਗੁਪਤ ਸ਼ਹੀਦੀ ਦੀ ਖੇਡ ਹੈ। ਦੂਸਰੇ ਦਿਨ ਅੰਮ੍ਰਿਤ ਵੇਲੇ 2 ਵਜੇ ਭਾਈ ਅਮਲੋਕ ਸਿੰਘ, ਜੋ ਅੰਮ੍ਰਿਤ ਪ੍ਰਚਾਰ ਵਾਸਤੇ ਕੜੇ ਕਿਰਪਾਨਾਂ ਬਣਾਉਣ ਦੀ ਸੇਵਾ ਕਰਦਾ ਸੀ, ਇਸ਼ਨਾਨ ਪਾਣੀ ਵਾਸਤੇ ਸਮੁੰਦਰ ਵੱਲ ਗਿਆ। ਇੱਧਰ ਇੱਕ ਸਮੁੰਦਰੀ ਕਿਲਾ ਵੀ ਸੀ। ਪ੍ਰੇਮੀ ਅਡੋਲ ਹੀ ਆਪਣੇ ਧਿਆਨ ਵਿੱਚ ਜਾ ਰਿਹਾ ਸੀ ਕਿ ਇੱਕ ਗੋਰੇ ਨੇ ਦੂਰੋਂ ਹੀ ਆਵਾਜ਼ ਦਿੱਤੀ, ਹੂ ਕਮਸ ਦੇਅਰ। ਸਾਧੂ ਇੱਕ ਤਾਂ ਨਾਮ ਸਿਮਰਨ ਵਿੱਚ ਲੱਗਾ ਹੋਇਆ ਸੀ, ਦੂਜੇ ਉਹ ਕੀ ਜਾਣੇ ਕਿ ਹੂ ਕਮਸ ਦੇਅਰ ਕਿਸ ਬਲਾ ਦਾ ਨਾਮ ਹੈ। ਚੁਪੀਤਾ ਹੀ ਅੱਗੇ ਵਧੀ ਗਿਆ। ਇੱਕ ਕਦਮ ਹੀ ਅੱਗੇ ਰੱਖਿਆ ਸੀ ਕਿ ਛਾਤੀ ਵਿੱਚ ਠਾਹ ਗੋਲੀ ਲੱਗੀ ਤੇ ਉੱਥੇ ਹੀ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਜਾ ਵਸਿਆ। ਜਦ ਦਿਨ ਚੜ੍ਹਿਆ ਤਦ ਪ੍ਰੇਮੀਆਂ ਨੇ ਗੁਰੂ ਦੇ ਸਿੱਖ ਦੀ ਲਾਸ਼ ਡਿੱਠੀ ਅਤੇ ਪਛਾਣ ਲਿਆ ਕਿ ਸੰਤ ਜੀ ਮਹਾਰਾਜ ਦੇ ਜਥੇ ਦਾ ਆਦਮੀ ਹੈ। ਸੰਤ ਜੀ ਮਹਾਰਾਜ ਅਜੇ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਡੇਰੇ ਪਹੁੰਚੇ ਹੀ ਸਨ ਕਿ ਸਿੰਧੀ ਸੱਜਣ ਖਬਰ ਲਿਆਏ ਕਿ ਆਪ ਦੇ ਜਥੇ ਦੇ ਇੱਕ ਆਦਮੀ ਨੂੰ ਕਿਲੇ ਤੋਂ ਗੋਲੀ ਵੱਜੀ ਹੈ ਅਤੇ ਉਹ ਲਹੂ ਲੁਹਾਨ ਧਰਤੀ ਤੇ ਸ਼ਹੀਦ ਪਿਆ ਹੈ। ਇਹ ਖਬਰ ਸੁਣ ਕੇ ਸੰਤ ਜੀ ਮਹਾਰਾਜ ਕੁਝ ਚਿਰ ਚੁੱਪ ਰਹੇ ਅਤੇ ਕਲਗੀਆਂ ਵਾਲੇ ਦੀ ਦਰਗਾਹ ਵਿੱਚ ਸਿੱਖ ਦੀ ਕੂਕ ਮਚਾਈ। ਫਿਰ ਹੁਕਮ ਦਿੱਤਾ
ਕਿ ਸਤਿਗੁਰ ਆਪਣੀ ਖੇਡ ਆਪ ਸੰਭਾਲਣਗੇ। ਪ੍ਰੇਮੀ ਦਾ ਚੁਪੀਤੇ ਸੰਸਕਾਰ ਕਰ ਦੇਵੋ। ਕਿਸੇ ਪਾਸ ਦਾਦ ਫਰਿਆਦ ਕਰਨ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਸਭ ਕੁਝ ਜਾਣ ਰਹੇ ਹਨ। ਭਾਈ ਅਮਲੋਕ ਸਿੰਘ ਜੀ ਦੀ ਸ਼ਹੀਦੀ ਸਤਿਗੁਰ ਦੀ ਗੁਪਤ ਸੇਵਾ ਵਿੱਚ ਪ੍ਰਵਾਨ ਹੈ। ਇਹ ਭਾਣਾ ਵਰਤਣ ਦੇ ਮਗਰੋਂ ਸੰਤ ਜੀ ਮਹਾਰਾਜ ਦਾ ਚਿੱਤ ਕਰਾਚੀ ਤੋਂ ਉਪਰਾਮ ਹੋ ਗਿਆ ਤੇ ਆਪ ਨੇ ਹਜੂਰ ਸਾਹਿਬ ਵੱਲ ਜਾਣ ਦੀ ਤਿਆਰੀ ਕਰ ਲਈ। ਭਾਈ ਗੋਲਾ ਸਿੰਘ ਜੀ ਸਿੰਧੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਨਾਲ ਜਾਣ ਲਈ ਤਿਆਰ ਹੋ ਗਿਆ। ਹੋਰ ਵੀ ਕਈ ਸੱਜਣ ਨਾਲ ਰਲ ਗਏ ਅਤੇ ਸਾਧੂਆਂ ਸਮੇਤ 60-70 ਦਾ ਜਥਾ ਹੋ ਗਿਆ। ਸਿੰਧੀ ਸੱਜਣਾਂ ਵਿੱਚੋਂ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਕਿ ਕਰਾਚੀ ਤੋਂ ਜਹਾਜ਼ ਦੇ ਰਸਤੇ ਹਜੂਰ ਸਾਹਿਬ ਚੱਲਦੇ ਹਾਂ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਸਾਨੂੰ ਜਹਾਜ਼ ਵਿੱਚ ਚੜ੍ਹਨ ਦਾ ਹੁਕਮ ਨਹੀਂ ਹੈ, ਅਸੀਂ ਗੱਡੀ 'ਤੇ ਹੀ ਹਜੂਰ ਸਾਹਿਬ ਜਾਵਾਂਗੇ। ਪਰ ਪ੍ਰੇਮੀਆਂ ਦੇ ਬਾਰ-ਬਾਰ ਕਹਿਣ ਪਰ ਸੰਤ ਜੀ ਮਹਾਰਾਜ ਜਹਾਜ਼ ਵਿੱਚ ਚੜ੍ਹ ਗਏ ਅਤੇ ਜਹਾਜ਼ ਕਿਨਾਰੇ ਤੋਂ 1 ਕੁ ਮੀਲ ਹੀ ਦੂਰ ਗਿਆ ਹੋਏਗਾ ਕਿ ਉਹ ਯਕਦਮ ਖਲੋ ਗਿਆ। ਨਾ ਅੱਗੇ ਟੁਰੇ ਨਾ ਪਿੱਛੇ। ਜਹਾਜ਼ ਦੀ ਡਾਵਾਂਡੋਲ ਹਾਲਤ ਦੇਖ ਸਾਰੀ ਸੰਗਤ ਸੰਤ ਜੀ ਮਹਾਰਾਜ ਦੇ ਚਰਨਾਂ 'ਤੇ ਢਹਿ ਪਈ ਕਿ ਅਸੀਂ ਤੁਹਾਡੀ ਸਾਰ ਨਹੀਂ ਜਾਣੀ, ਜਿਉਂ ਜਾਣੋ ਤਿਉਂ ਰਾਖ ਲਵੋ। ਸੰਤ ਜੀ ਕੁਝ ਚਿਰ ਅੰਤਰ ਧਿਆਨ ਰਹੇ, ਫਿਰ ਸਤਿਗੁਰ ਅੱਗੇ ਅਰਦਾਸ ਕਰਕੇ ਆਪਣਾ ਸੱਜਾ ਹੱਥ ਚੁੱਕਿਆ ਅਤੇ ਜਹਾਜ਼ ਨੂੰ ਰੋਕਿਆ। ਥੋੜ੍ਹੇ ਚਿਰ ਮਗਰੋਂ ਜਹਾਜ਼ ਪਿੱਛੇ ਕਿਨਾਰੇ ਵੱਲ ਮੁੜ ਪਿਆ। ਫਿਰ ਬੜੀ ਧੂਮ ਧਾਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਮੇਤ ਹੈਦਰਾਬਾਦ ਗਏ ਅਤੇ ਇੱਥੋਂ ਹੁੰਦੇ ਮਾਰਵਾੜ, ਬਾਈਦੋਈ, ਜੈਪੁਰ, ਮਨਮਾੜ ਦੇ ਰਸਤੇ ਹਜੂਰ ਸਾਹਿਬ 4 ਵਜੇ ਅੱਪੜੇ। ਹਜ਼ਾਰਾਂ ਸਿੱਖ ਸਟੇਸ਼ਨ 'ਤੇ ਖੜ੍ਹੇ ਸਨ। ਕਈ ਸਿੰਘ ਸੰਤ ਜੀ ਮਹਾਰਾਜ ਨੂੰ ਮੱਥਾ ਟੇਕਣ ਲੱਗੇ। ਸੰਤ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਾਧ ਸੰਗਤ ਜੀ, ਮੈਂ ਇੱਕ ਗਰੀਬ ਸਿੱਖ ਹਾਂ। ਸਾਰੇ ਮਿਲ ਕੇ ਕਲਗੀਧਰ ਜੀ ਮਹਾਰਾਜ ਨੂੰ ਨਮਸਕਾਰ ਕਰੀਏ। ਇਹ ਗਰੀਬੀ ਅਤੇ ਪ੍ਰੇਮ ਦੇਖ ਕੇ ਸਾਧ ਸੰਗਤ ਦੇ ਹਿਰਦੇ ਦਰਵ ਹੋ ਗਏ ਅਤੇ ਸਭ ਦੇ ਨੇਤਰਾਂ ਵਿੱਚ ਜਲ ਭਰ ਆਇਆ। ਫਿਰ ਸੰਤ ਜੀ ਮਹਾਰਾਜ ਨੂੰ ਅਕਾਲ ਬੁੰਗੇ ਲਿਜਾ ਕੇ ਆਸਣ ਕਰਾਇਆ ਗਿਆ। ਸਿੰਧੀ ਸੰਗਤ ਨੇ ਇੱਥੇ ਲੰਗਰ ਚਲਾ ਦਿੱਤਾ। ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਵਕਤ ਦਰਬਾਰ ਸਾਹਿਬ ਅਬਚਲ ਨਗਰ ਵਿੱਚ ਦੀਵਾਨ ਸਜਦੇ। ਆਪ ਬੜੇ ਪ੍ਰੇਮ ਅਤੇ ਵੈਰਾਗ ਵਿੱਚ ਸ਼ਬਦ ਪੜ੍ਹਦੇ। ਇੱਕ ਦਿਨ ਭਾਈ ਹਜੂਰਾ ਸਿੰਘ ਜੀ ਗ੍ਰੰਥੀ, ਜਿਨ੍ਹਾਂ ਨੇ ਪਹਿਲੇ ਹਜੂਰ ਸਾਹਿਬ ਦੇ ਤਪ ਸਮੇਂ ਸੰਤ ਜੀ ਮਹਾਰਾਜ ਦੀ ਬੜੇ ਪ੍ਰੇਮ ਨਾਲ ਸੇਵਾ ਕੀਤੀ ਸੀ, ਦਰਬਾਰ ਸਾਹਿਬ ਤੋਂ ਕੜਾਹ ਪ੍ਰਸ਼ਾਦ ਲੈ ਕੇ ਆ ਰਹੇ ਸਨ ਤੇ ਸੰਤ ਜੀ ਮਹਾਰਾਜ ਬਾਹਰ ਲੰਗਰ ਪਾਸ ਬੈਠੇ ਸਨ। ਭਾਈ ਸਾਹਿਬ ਨੂੰ ਦੂਰੋਂ ਦੇਖ ਕੇ ਹੀ ਉੱਠ ਖਲੋਤੇ। ਜਦ ਕੋਲ ਆਏ ਘੁੱਟ ਕੇ ਜੱਫੀ ਪਾ ਲਈ ਤੇ ਆਖਿਆ, ਆ ਓਏ ਮਿੱਤਰਾ, ਬੜੇ ਚਿਰ ਮਗਰੋਂ ਦਰਸ਼ਨ ਮੇਲਾ ਹੋਇਆ ਹੈ। ਫਿਰ ਬੜੇ ਪ੍ਰੇਮ ਨਾਲ ਇੱਕ ਖੇਸ 11 ਦਮੜੇ, ਜੋ ਕਿ ਇੱਕ ਪ੍ਰੇਮੀ ਉਸੇ ਵੇਲੇ ਮੱਥਾ ਟੇਕ ਕੇ ਗਿਆ ਸੀ, ਆਪਣੇ ਪੁਰਾਣੇ ਸੇਵਕ ਨੂੰ ਭੇਟ ਕੀਤੇ। ਇੱਕ ਦਿਨ ਸੰਤ ਜੀ ਮਹਾਰਾਜ ਸਾਰੀ ਸੰਗਤ ਸਮੇਤ ਗੋਦਾਵਰੀ ਤੇ ਕੰਢੇ ਬੈਠੇ ਸਨ। ਭਾਈ ਹੀਰਾ ਸਿੰਘ ਜੀ ਰਾਗੀ ਨੇ ਬੇਨਤੀ ਕੀਤੀ, ਮਹਾਰਾਜ, ਸਤਿਗੁਰ ਕਲਗੀਆਂ ਵਾਲੇ ਦੇ ਦੀਦਾਰ ਹੋ ਸਕਦੇ ਹਨ? ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਸਤਿਗੁਰ ਤਾਂ ਹਰ ਵਕਤ ਖਾਲਸੇ ਦੇ ਅੰਗ ਸੰਗ ਰਹਿੰਦੇ ਹਨ, ਸਿਰਫ ਸਾਡੇ ਧਿਆਨ ਅਤੇ ਅਡੋਲ ਨਿਸ਼ਚੇ ਵਿੱਚ ਫਰਕ ਹੈ। ਜਦ ਹਿਰਦੇ ਦਾ ਤਖਤ ਸਾਫ਼ ਹੋਵੇ, ਸਤਿਗੁਰ ਉਸੇ ਵੇਲੇ ਆ ਬਿਰਾਜਦੇ ਹਨ। ਇਹ ਕਹਿ ਕੇ ਸੰਤ ਜੀ ਅਡੋਲ ਨਾਮ ਸਿਮਰਨ ਵਿੱਚ ਜੁੜ ਬੈਠੇ ਅਤੇ ਕਲਗੀਆਂ ਵਾਲੇ ਦੇ ਚਰਨ ਕਮਲ ਆਪਣੇ ਹਿਰਦੇ ਵਿੱਚ ਵਸਾ ਲਏ। ਭਾਈ ਹੀਰਾ ਸਿੰਘ ਜੀ ਰਾਗੀ ਕੁਝ ਮਿੰਟਾਂ ਮਗਰੋਂ ਉੱਠ ਕੇ ਬਾਹਰ ਕਿਸੇ ਕੰਮ ਚਲੇ ਗਏ ਤੇ ਸੰਤ ਜੀ ਮਹਾਰਾਜ ਇੱਕ ਟਕ ਧਿਆਨ ਲਗਾ ਕੇ ਬਹਿ ਗਏ। ਬੈਠਿਆਂ ਅਜੇ ਇੱਕ ਘੜੀ ਕੁ ਹੀ ਬੀਤੀ ਸੀ ਕਿ ਸਾਰੀ ਸੰਗਤ ਦੇ ਸਾਹਮਣੇ ਗੋਦਾਵਰੀ ਦੇ ਪਾਰ ਬਿਜਲੀ ਵੱਤ ਲਿਸ਼ਕਾਰਾ ਪਿਆ ਅਤੇ ਸਤਿਗੁਰੂ ਕਲਗੀਆਂ ਵਾਲੇ ਨੀਲੇ ਘੋੜੇ ਤੇ ਅਸਵਾਰ 5 ਪਿਆਰਿਆਂ ਸਮੇਤ ਪਾਣੀ ਉੱਪਰ ਆਉਂਦੇ ਨਜ਼ਰ ਆਏ ਅਤੇ ਅੱਖ ਦੇ ਫੋਰ ਵਿੱਚ ਸਾਰੇ ਜਥੇ ਦੇ ਪਾਸੋਂ ਦੀ ਲੰਘ ਗਏ। ਇਹ ਕੌਤਕ ਦੇਖ ਕੇ ਸਾਰੀ ਸੰਗਤ ਅਸਚਰਜ ਰਹਿ ਗਈ। ਜਦ ਭਾਈ ਜੀ ਮੁੜ ਕੇ ਆਏ, ਉਹਨਾਂ ਨੂੰ ਸਾਰੀ ਵਿਥਿਆ ਸੁਣਾਈ ਗਈ। ਭਾਈ ਸਾਹਿਬ ਬੜੇ ਪਛਤਾਏ ਕਿ ਉਹ ਆਪ ਪ੍ਰਸ਼ਨ ਕਰਕੇ ਆਪਣੇ ਇਰਾਦੇ ਵਿੱਚ ਅਡੋਲ ਨਾ ਟਿਕ ਸਕੇ ਅਤੇ ਸਤਿਗੁਰ ਜੀ ਦੇ ਦਰਸ਼ਨ ਤੋਂ ਵਾਂਝੇ ਰਹੇ। ਇੱਕ ਦਿਨ ਭਾਈ ਗੁਲਾਬ ਸਿੰਘ ਜੀ ਅੰਮ੍ਰਿਤਸਰ ਵਾਲੇ ਨੇ ਗੋਦਾਵਰੀ ਗੰਗਾ ਵਿੱਚ ਕਛਹਿਰਾ ਲਾ ਕੇ ਨੰਗੇ ਹੋ ਕੇ ਇਸ਼ਨਾਨ ਕੀਤਾ ਅਤੇ ਫਿਰ ਬਾਹਰ ਆ ਕੇ ਉਹ ਹੀ ਕਛਹਿਰਾ ਪਾ ਲਿਆ। ਦੁਪਹਿਰ ਦੇ ਆਰਾਮ ਮਗਰੋਂ ਜਦ ਸੰਤ ਜੀ ਮਹਾਰਾਜ ਬਾਹਰ ਨਿਕਲੇ ਅਤੇ ਲਘੂ ਸ਼ੰਕਾ ਕੀਤੀ, ਤਦ ਇਹ ਪ੍ਰੇਮੀ ਗੜਵਾ ਫੜ ਕੇ ਹੱਥ ਧਵਾਉਣ ਲੱਗਾ। ਸੰਤ ਜੀ ਨੇ ਲਾਲ ਨੇਤਰ ਕਰ ਲਏ ਅਤੇ ਆਖਿਆ, ਤੂੰ ਤਨਖਾਹੀਆਂ ਹੈ, ਅਸੀਂ ਤੇਰੇ ਹੱਥੋਂ ਜਲ ਨਹੀਂ ਵਰਤਾਉਣਾ। ਸਤਿਗੁਰ ਨੂੰ ਸਿੱਖ ਦੀ ਰਹਿਤ ਪਿਆਰੀ ਹੈ, ਸਿੱਖ ਦਾ ਮਲ ਮੂਤਰ ਦਾ ਭਰਿਆ ਹੋਇਆ ਸਰੀਰ ਪਿਆਰਾ ਨਹੀਂ। ਇਹ ਤਾੜਨਾ ਸੁਣ ਕੇ ਭਾਈ ਗੁਲਾਬ ਸਿੰਘ ਜੀ ਮਹਾਰਾਜ ਨੇ ਚਰਨਾਂ 'ਤੇ ਢਹਿ ਪਿਆ ਅਤੇ ਆਪਣੀ ਭੁੱਲ ਬਖਸ਼ਵਾਈ। ਸੰਤ ਜੀ ਨੇ ਇਸ ਨੂੰ 25 ਦਿਨ ਸਾਧ ਸੰਗਤ ਦੇ ਜੋੜੇ ਝਾੜਨ ਦੀ ਤਨਖਾਹ ਲਾਈ। ਇਸ ਤਰ੍ਹਾਂ ਸਾਧ ਸੰਗਤ ਦਾ ਦਰਸ਼ਨ ਮੇਲਾ ਕਰਦਿਆਂ ਅਤੇ ਸਤਿਗੁਰ ਕਲਗੀਆਂ ਵਾਲੇ ਦੀ ਚਰਨ ਧੂੜ ਲੈਂਦਿਆਂ 22 ਦਿਨ ਬੀਤ ਗਏ ਤਾਂ ਸੰਤ ਜੀ ਮਹਾਰਾਜ ਨੇ ਪੰਜਾਬ ਵੱਲ ਮੁੜਨ ਦਾ ਇਰਾਦਾ ਕਰ ਲਿਆ। ਨਾਲ ਦੀ ਸਾਰੀ ਸੰਗਤ ਨੂੰ ਸੁਣਾ ਦਿੱਤਾ ਕਿ ਸਾਨੂੰ ਇੰਨਾ ਚਿਰ ਹੀ ਰਹਿਣ ਦਾ ਹੁਕਮ ਸੀ। ਜਿਸ ਕਿਸੇ ਦਾ ਚਿੱਤ ਜ਼ਿਆਦਾ ਰਹਿਣ 'ਤੇ ਕਰੇ, ਉਹ ਬੇਸ਼ੱਕ ਸੱਚੇ ਪਿਤਾ ਦੇ ਚਰਨਾਂ ਵਿੱਚ ਹੋਰ ਟਿਕਿਆ ਰਹੇ। ਹਜੂਰ ਸਾਹਿਬ ਤੋਂ ਜਦ ਸੰਤ ਜੀ ਗੱਡੀ ਚੜ੍ਹੇ, ਬਹੁਤ ਸਾਰੀ ਸੰਗਤ ਸਟੇਸ਼ਨ 'ਤੇ ਵਿਦਾ ਕਰਨ ਆਈ। ਸਭ ਦੇ ਮਨ ਵਿੱਚ ਪ੍ਰੇਮ ਅਤੇ ਵੈਰਾਗ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਸੰਤ ਜੀ ਮਹਾਰਾਜ ਨੇ ਸਭ ਨੂੰ ਧੀਰਜ ਦਿੱਤਾ ਤੇ ਆਖਿਆ, ਭਾਈ ਤੁਸੀਂ ਹਜੂਰੀ ਸਿੱਖ ਹੋ,
ਹਰ ਵਕਤ ਸਤਿਗੁਰ ਦੇ ਚਰਨਾਂ ਵਿੱਚ ਨਿਵਾਸ ਕਰਦੇ ਹੋ। ਸਾਡੇ ਲਈ ਹਰ ਰੋਜ਼ ਪ੍ਰੀਤਮ ਪਿਆਰੇ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਸਿੱਖੀ ਸਿੱਧਕ ਸਰੀਰ ਨਾਲ ਨਿਭ ਜਾਏ ਅਤੇ ਇਹ ਸਰੀਰ ਸਾਧ ਸੰਗਤ ਦੀ ਟਹਿਲ ਵਿੱਚ ਸਫਲਾ ਹੋਵੇ। ਜਦੋਂ ਸੰਤ ਜੀ ਪੂਰੇ ਪ੍ਰੇਮ ਅਤੇ ਨਿਮਰਤਾ ਵਿੱਚ ਇਹ ਬਚਨ ਕਰ ਰਹੇ ਸਨ ਤਾਂ ਸਾਰੀ ਸੰਗਤ ਦੇ ਨੇਤਰਾਂ ਵਿੱਚੋਂ ਜਲ ਵਹਿ ਰਿਹਾ ਸੀ ਅਤੇ ਇੱਕ ਅਕਥਨੀय ਰੰਗ ਛਾਇਆ ਹੋਇਆ ਸੀ। ਹੁਣ ਗਾਰਡ ਨੇ ਸੀਟੀ ਮਾਰੀ ਅਤੇ ਗੱਡੀ ਚੀਕ ਮਾਰ ਕੇ ਟੁਰ ਪਈ। ਸਾਧ ਸੰਗਤ ਨੇ ਇੱਕ ਜਾਨ ਹੋ ਕੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਾਏ। ਸਾਰਾ ਆਕਾਸ਼ ਸ਼ਬਦ ਦੀ ਗੂੰਜ ਨਾਲ ਭਰ ਗਿਆ। ਜਦ ਤੀਕਰ ਸੰਗਤ ਨਜ਼ਰ ਆਉਂਦੀ ਰਹੀ, ਸੰਤ ਜੀ ਸਭ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਰਹੇ। ਫਿਰ ਸਤਿਗੁਰ ਕਲਗੀਆਂ ਵਾਲੇ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ ਸੰਤ ਜੀ ਆਪਣੇ ਪ੍ਰੀਤਮ ਦੇ ਪ੍ਰੇਮ ਵਿੱਚ ਮਸਤ ਹੋ ਗਏ ਅਤੇ ਮਨਮਾੜ ਤੀਕਰ ਇੱਕ ਰਸ ਇਸ ਰੰਗ ਵਿੱਚ ਬੈਠੇ ਰਹੇ। ਮਨਮਾੜ ਤੋਂ ਸੰਤ ਜੀ ਮਹਾਰਾਜ ਸਿੱਧੇ ਦਿੱਲੀ ਅੱਪੜੇ ਤੇ ਸਤਿਗੁਰ ਤੇਗ ਬਹਾਦਰ ਸਾਹਿਬ ਦੀ ਚਰਨ ਧੂੜ ਪਰਸਨ ਲਈ ਇੱਥੇ ਉਤਰੇ। ਸਟੇਸ਼ਨ ਤੋਂ ਸਿੱਧੇ ਸੀਸਗੰਜ ਸਾਹਿਬ ਆਏ ਅਤੇ ਇੱਥੇ ਹੀ ਡੇਰਾ ਕੀਤਾ। ਦਿੱਲੀ ਦੇ ਸਾਰੇ ਵੱਡੇ ਵੱਡੇ ਗੁਰਦੁਆਰਿਆਂ ਵਿੱਚ ਕੀਰਤਨ ਸੱਜੇ ਤੇ ਬਹੁਤ ਮਾਈ ਭਾਈ ਨੇ ਅੰਮ੍ਰਿਤ ਛਕਿਆ। ਕਈ ਦਿਨ ਸੰਤ ਜੀ ਮਹਾਰਾਜ ਨੇ ਜਮਨਾ ਜੀ ਦੇ ਕਿਨਾਰੇ ਦੀਵਾਨ ਸਜਾਏ। ਬਹੁਤ ਸਾਰੇ ਹਿੰਦੂ ਅਤੇ ਪਾਂਡੇ ਕੀਰਤਨ ਸੁਣਨ ਲਈ ਆਏ। ਸੰਤ ਜੀ ਨੇ ਸਭ ਨੂੰ ਨਾਲ ਮਿਲਾ ਕੇ ਸ਼ਬਦ ਪੜ੍ਹਾਏ ਅਤੇ ਕਈ ਪਾਂਡੇ ਨਾਮ ਸਿਮਰਨ ਵਿੱਚ ਲੱਗ ਪਏ। ਇੱਕ ਈਸਾਈ ਹੋਏ ਸਿੱਖ ਨੂੰ ਅੰਮ੍ਰਿਤ ਛਕਾ ਕੇ ਫਿਰ ਖਾਲਸਾ ਸਜਾਇਆ। ਦਿੱਲੀ ਸੰਤ ਜੀ ਮਹਾਰਾਜ 1 ਮਹੀਨਾ ਰਹੇ ਅਤੇ ਸਰਦਾਰ ਰਾਮ ਸਿੰਘ ਜੀ ਕਾਬਲੀ ਨੂੰ ਪਹਿਲੀ ਵਾਰ ਇੱਥੇ ਹੀ ਦਰਸ਼ਨ ਹੋਏ। 15 ਦਿਨ ਭਾਈ ਆਤਮਾ ਸਿੰਘ ਜੀ ਅਤੇ ਸਾਧ ਸੰਗਤ ਦਾ ਪ੍ਰੇਮ ਲੈ ਕੇ ਗੁਜਰਾਂਵਾਲੇ ਤੋਂ ਹੁੰਦੇ ਹੋਏ ਸੰਤ ਜੀ ਮੰਗਲਾ ਹੈੱਡ ਪਹੁੰਚੇ। ਇਸ ਜਗ੍ਹਾ ਸਰਦਾਰ ਰਾਮ ਸਿੰਘ ਜੀ ਕਾਬਲੀ ਠੇਕੇਦਾਰੀ ਦਾ ਕੰਮ ਕਰਦੇ ਸਨ ਅਤੇ ਸਰਦਾਰ ਧਰਮ ਸਿੰਘ ਜੀ ਨਹਿਰ ਦੇ ਸਬ ਓਵਰਸੀਅਰ ਸਨ। ਉਹਨਾਂ ਦਿਨਾਂ ਵਿੱਚ ਹੈੱਡ ਦਾ ਕੰਮ ਪਿੰਡ ਅਲੀ ਬੇਗ, ਜਿੱਥੇ ਕਿ ਸੰਤ ਸੁੰਦਰ ਸਿੰਘ ਜੀ ਨੇ ਕੀਰਤਨਗੜ੍ਹ ਗੁਰਦੁਆਰਾ ਆਬਾਦ ਕੀਤਾ ਸੀ, ਤੇ ਪਾਸ ਸੀ। ਠੇਕੇਦਾਰਾਂ ਅਤੇ ਮਹਿਕਮਾ ਨਹਿਰ ਦੇ ਕੁਆਟਰ ਇੱਕ ਬੜੀ ਸੁੰਦਰ ਰਮਣੀਕ ਝੰਗੀ ਵਿੱਚ ਸਨ। ਇਸ ਦੇ ਇੱਕ ਪਾਸੇ ਤਾਂ ਇੱਕ ਬੜਾ ਭਾਰੀ ਬਰਸਾਤੀ ਕੱਸ ਲੰਘਦਾ ਸੀ, ਦੂਜੇ ਪਾਸੇ ਇੱਕ ਸੁੰਦਰ ਖੁੱਲ੍ਹਾ ਮੈਦਾਨ ਸੀ ਅਤੇ ਸਾਹਮਣੇ ਨਵੀਂ ਨਹਿਰ ਦਾ ਵਹਿਣ ਸੀ। ਇੱਥੇ 1 ਮਹੀਨੇ ਦੇ ਕਰੀਬ ਸੰਤ ਜੀ ਮਹਾਰਾਜ ਦਾ ਆਸਣ ਰਿਹਾ। ਇਸ ਧਰਤੀ ਨੂੰ ਭਾਗ ਲੱਗੇ ਅਤੇ ਕਰਤਾਰ ਦੇ ਹੁਕਮ ਵਿੱਚ ਜੰਗਲ ਵਿੱਚ ਮੰਗਲ ਬਣ ਗਿਆ। ਨਿੱਤ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਅਤੇ ਸ਼ਾਮ ਦੇ ਵਕਤ ਸੋਧਰ ਦੇ ਦੀਵਾਨ ਸਜਦੇ ਅਤੇ ਮਾਈ ਭਾਈ ਨਿਹਾਲ ਹੁੰਦੇ। ਇਸੇ ਸੁਭਾਗ ਸਮੇਂ ਸਰਦਾਰ ਧਰਮ ਸਿੰਘ ਜੀ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਸਦਾ ਕੌਰ ਨੇ 25 ਹੋਰ ਮਾਈ ਭਾਈ ਸਹਿਤ ਸੰਤ ਜੀ ਮਹਾਰਾਜ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਇੱਥੇ ਹੀ ਇਹਨਾਂ ਦਾ ਸੰਤ ਜੀ ਦੇ ਚਰਨਾਂ ਨਾਲ ਸੱਚਾ ਪ੍ਰੇਮ ਹੋ ਗਿਆ। ਇਕਾਂਤ ਵਿੱਚ ਸੰਤ ਜੀ ਮਹਾਰਾਜ ਦਾ ਵੀ ਬਹੁਤ ਚਿੱਤ ਲੱਗਾ। ਸਮਾਂ ਪ੍ਰੇਮ ਅਤੇ ਆਤਮ ਰਸ ਦੇ ਹੁਲਾਰੇ ਵਿੱਚ ਬੀਤਿਆ। ਫਿਰ ਕਈ ਜਗ੍ਹਾ ਤੋਂ ਹੋ ਕੇ ਸੰਤ ਜੀ ਤਰਨ ਤਾਰਨ ਸਾਹਿਬ ਪਹੁੰਚੇ ਤੇ ਮਾਈ ਰਾਮ ਕੌਰ ਅਤੇ ਸੰਤ ਭੋਲਾ ਸਿੰਘ ਜੀ ਦੇ ਬੁੰਗੇ ਵਿੱਚ ਨਿਵਾਸ ਕੀਤਾ। ਸਿੰਧ ਦੇ ਦੌਰੇ ਮਗਰੋਂ ਭਾਈ ਗੁਲਾਬ ਸਿੰਘ ਜੀ ਅੰਮ੍ਰਿਤਸਰ ਸਾਹਿਬ ਹੀ ਠਹਿਰੇ ਗਏ ਸਨ। ਇਹਨਾਂ ਦੇ ਪਾਸ ਇੱਕ ਪ੍ਰੇਮੀ ਭਾਈ ਨਾਨਕ ਸਿੰਘ ਜੀ, ਜੋ ਕਿ ਉਸ ਵਕਤ ਹਰਨਪੁਰ ਸੋਢੀਆਂ ਦੇ ਸਟੇਸ਼ਨ ਮਾਸਟਰ ਸਨ, ਆਏ ਅਤੇ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਦੀ ਬੜੀ ਤੀਬਰ ਖਾਹਿਸ਼ ਜ਼ਾਹਿਰ ਕੀਤੀ। ਪ੍ਰੇਮੀਆਂ ਕੋਲੋਂ ਪਤਾ ਕਰਨ ਤੇ ਮਾਲੂਮ ਹੋਇਆ ਕਿ ਸੰਤ ਜੀ ਇਸ ਵਕਤ ਰਾਵਲਪਿੰਡੀ ਹਨ। ਭਾਈ ਗੁਲਾਬ ਸਿੰਘ ਜੀ ਤੇ ਭਾਈ ਨਾਨਕ ਸਿੰਘ ਜੀ ਦੋਵੇਂ ਰਾਵਲਪਿੰਡੀ ਗਏ ਅਤੇ ਉੱਥੋਂ ਪੰਜਾ ਸਾਹਿਬ ਹੁੰਦੇ ਹੋਏ ਸ਼ਾਹਾਂ ਦੀ ਢੇਰੀ ਗਏ, ਪਰ ਸੰਤ ਜੀ ਮਹਾਰਾਜ ਨਾ ਮਿਲੇ। ਭਾਈ ਨਾਨਕ ਸਿੰਘ ਜੀ ਦੀ ਛੁੱਟੀ ਪੂਰੀ ਹੋ ਗਈ ਤੇ ਉਹ ਹਰਨਪੁਰ ਚਲੇ ਗਏ, ਪਰ ਭਾਈ ਗੁਲਾਬ ਸਿੰਘ ਜੀ ਬੜੇ ਉਦਾਸ ਚਿੱਤ ਅੰਮ੍ਰਿਤਸਰ ਸਾਹਿਬ ਪਹੁੰਚੇ। ਇੱਥੇ ਇਹਨਾਂ ਨੂੰ ਇੱਕ ਪ੍ਰੇਮੀ ਨੇ ਦੱਸਿਆ ਕਿ ਸੰਤ ਜੀ ਮਹਾਰਾਜ ਰਾਜਾ ਸਾਂਸੀ ਹਨ। ਇਹ ਖਬਰ ਸੁਣ ਕੇ ਭਾਈ ਗੁਲਾਬ ਸਿੰਘ ਜੀ ਦਾ ਵੈਰਾਗ ਉਛਲ ਪਿਆ ਅਤੇ ਇਹਨਾਂ ਨੇ ਰੋ ਰੋ ਕੇ ਆਖਿਆ ਕਿ ਮੈਂ ਹੁਣ ਦਰਸ਼ਨ ਕਰਨ ਨਹੀਂ ਜਾਂਦਾ। ਜੇਕਰ ਸੰਤ ਅੰਤਰਜਾਮੀ ਹਨ ਤਾਂ ਮੈਨੂੰ ਇੱਥੇ ਹੀ ਦਰਸ਼ਨ ਦੇਣਗੇ। ਹਿਰਦੇ ਵਿੱਚ ਇਹ ਤੀਬਰ ਇੱਛਾ ਧਾਰ ਭਾਈ ਗੁਲਾਬ ਸਿੰਘ ਜੀ ਹਰਿਮੰਦਰ ਸਾਹਿਬ ਗਏ। ਉੱਥੋਂ ਜਦ ਕੜਾਹ ਪ੍ਰਸ਼ਾਦ ਲੈ ਕੇ ਬਾਹਰ ਨਿਕਲੇ ਤਦ ਸੰਤ ਜੀ ਦੇ ਪ੍ਰਤੱਖ ਦਰਸ਼ਨ ਕਰਦੇ ਹੀ ਚਰਨਾਂ ਤੇ ਢਹਿ ਪਏ। ਜਦ ਨਮਸਕਾਰ ਕਰਕੇ ਉੱਠੇ ਤਦ ਇਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਕਿਉਂਕਿ ਸੰਤ ਉੱਥੇ ਨਜ਼ਰ ਨਾ ਆਏ। ਅੱਖੀਆਂ ਮਲੀਆਂ ਚਾਰੇ ਪਾਸੇ ਦੇਖਿਆ, ਪਰ ਉਹ ਪਵਿੱਤਰ ਵਿਅਕਤੀ ਜਿਸ ਦੇ ਚਰਨ ਹੁਣੇ ਹੀ ਚੁੰਮੇ ਸਨ ਕਿਧਰੇ ਦ੍ਰਿਸ਼ਟ ਵਿੱਚ ਨਾ ਆਇਆ। ਭਾਈ ਸਾਹਿਬ ਜੀ ਦੀ ਵਿਆਕੁਲਤਾ ਦੀ ਕੋਈ ਹੱਦ ਨਾ ਰਹੀ। ਵੈਰਾਗ ਵਿੱਚ ਰੁਦਨ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਤੁਰ ਪਏ। ਰਸਤੇ ਵਿੱਚ ਭਾਈ ਨੰਦ ਸਿੰਘ ਜੀ ਮਿਲੇ। ਉਹਨਾਂ ਨੇ ਬੜੇ ਪ੍ਰੇਮ ਨਾਲ ਪੁੱਛਿਆ ਕਿ ਗੁਲਾਬ ਸਿੰਘ ਜੀ, ਤੁਸੀਂ ਰੋਂਦੇ ਕਿਉਂ ਹੋ? ਤੁਹਾਨੂੰ ਕੀ ਦੁੱਖ ਹੈ? ਇਸ ਵੇਲੇ ਭਾਈ ਨੰਦ ਸਿੰਘ ਜੀ ਨੂੰ ਇੱਕ ਹੋਰ ਸਿੱਖ ਨੇ ਪੁੱਛਿਆ ਕਿ ਭਾਈ ਸਾਹਿਬ, ਅੱਜ ਕੱਲ੍ਹ ਸੰਤ ਕਿੱਥੇ ਹਨ? ਭਾਈ ਨੰਦ ਸਿੰਘ ਜੀ ਨੇ ਉੱਤਰ ਦਿੱਤਾ ਕਿ ਸੰਤ ਜੀ ਮਹਾਰਾਜ ਇਸ ਵੇਲੇ ਤਰਨ ਤਾਰਨ ਸਾਹਿਬ ਹਨ। ਬੜੇ ਬੜੇ ਭਾਰੀ ਦੀਵਾਨ ਲੱਗਦੇ ਹਨ ਅਤੇ ਹਜ਼ਾਰਾਂ ਮਾਈ ਭਾਈ ਹਰ ਰੋਜ਼ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਦੇ ਹਨ। ਇਹ ਗੱਲ ਸੁਣਦੇ ਸਾਰ ਹੀ ਭਾਈ ਗੁਲਾਬ ਸਿੰਘ ਜੀ ਤਰਨ ਤਾਰਨ ਵੱਲ ਤੁਰ ਪਏ ਅਤੇ ਉੱਥੇ ਅੱਪੜ ਕੇ ਸੰਤ ਜੀ ਮਹਾਰਾਜ ਦਾ ਦੀਦਾਰ ਕੀਤਾ। ਸੰਤ ਜੀ ਮਹਾਰਾਜ ਨੇ ਹੱਸ ਕੇ ਪੁੱਛਿਆ, ਭਾਈ ਗੁਲਾਬ ਸਿੰਘ ਜੀ, ਇੰਨਾ ਚਿਰ ਕਿੱਥੇ ਰਹੇ? ਭਾਈ ਗੁਲਾਬ ਸਿੰਘ ਜੀ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਿ ਜਿੱਥੇ ਆਪ ਜੀ ਨੇ ਰੱਖਿਆ ਉੱਥੇ ਦਾਸ ਰਿਹਾ। ਆਪ ਨੇ ਫਿਰ ਪੁੱਛਿਆ ਕਿ ਭਾਈ ਨਾਨਕ ਸਿੰਘ ਜੀ ਕਿੱਥੇ ਹਨ? ਉਹਨਾਂ ਨੂੰ ਕਿਹੜੇ ਥਾਂ ਛੱਡ ਆਏ ਹੋ?
ਭਾਈ ਗੁਲਾਬ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਉਹਨਾਂ ਦੀ ਛੁੱਟੀ ਪੂਰੀ ਹੋ ਗਈ ਸੀ, ਉਹ ਨੌਕਰੀ 'ਤੇ ਚਲੇ ਗਏ ਹਨ। ਇਹ ਹਾਲ ਸੁਣ ਕੇ ਸੰਤ ਜੀ ਮੁਸਕਰਾਏ ਅਤੇ ਆਖਿਆ, ਅੱਛਾ 3 ਮਹੀਨਿਆਂ ਮਗਰੋਂ ਦਰਸ਼ਨ ਮੇਲੇ ਹੋ ਜਾਣਗੇ। ਇੱਕ ਦਿਨ ਤਰਨਤਾਰਨ ਸਾਹਿਬ ਸੰਤ ਜੀ ਮਹਾਰਾਜ ਦਾ ਦੀਵਾਨ ਸੱਜਿਆ ਹੋਇਆ ਸੀ। ਦੋ ਤਿੰਨ ਬੁੱਢੇ ਪੁਜਾਰੀ ਆਏ ਤੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਅਨੇਕਾਂ ਪ੍ਰੇਮੀਆਂ ਨੂੰ ਅੰਮ੍ਰਿਤ ਛਕਾਉਂਦੇ ਹੋ, ਸਾਰਿਆਂ ਕੋਲੋਂ ਸਵਾ ਰੁਪਇਆ ਲੈ ਕੇ ਗੁਰੂ ਦੀ ਗੋਲਕ ਵਿੱਚ ਭੇਜ ਦਿਆ ਕਰੋ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਅੰਮ੍ਰਿਤ ਅਮੋਲਕ ਵਸਤੂ ਹੈ, 9 ਪੰਡ ਪ੍ਰਿਥਵੀ ਦਾ ਰਾਜ ਵੀ ਇਸ ਦਾ ਮੁੱਲ ਨਹੀਂ, ਇਹ ਸਿਰ ਦਿੱਤਿਆਂ ਹੀ ਮਿਲਦਾ ਹੈ। ਅਸੀਂ ਕਿਸੇ ਨੂੰ ਇਸ ਦਾ ਮੁੱਲ ਸਵਾ ਰੁਪਇਆ ਨਹੀਂ ਸੁਣਾ ਸਕਦੇ। ਆਪਣੀ ਸ਼ਰਧਾ ਨਾਲ ਭਾਵੇਂ ਕੋਈ ਤਨ ਮਨ ਤੇ ਧਨ ਗੁਰੂ ਨੂੰ ਅਰਪਣ ਕਰ ਦੇਵੇ। ਤਰਨਤਾਰਨ ਤੋਂ ਸੰਤ ਜੀ ਅੰਮ੍ਰਿਤਸਰ ਸਾਹਿਬ ਪੁੱਜੇ। ਇੱਥੇ ਬਿਬੇਕਸਰ ਸਾਹਿਬ ਡੇਰਾ ਕੀਤਾ। ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਅਖੰਡ ਪਾਠ ਦਾ ਭੋਗ ਪੈਂਦਾ ਅਤੇ ਅਤੁੱਟ ਲੰਗਰ ਚੱਲਦਾ। ਅੰਮ੍ਰਿਤਸਰ ਸਾਹਿਬ ਤੋਂ ਸੰਤ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਜਥੇ ਸਮੇਤ ਗਏ ਤੇ ਸ਼ਹੀਦੀ ਦਰਬਾਰ ਦੇ ਸਾਹਮਣੇ ਖੜੇ ਹੋ ਕੇ ਬੜੇ ਵੈਰਾਗ ਵਿੱਚ ਸ਼ਬਦ ਪੜ੍ਹੇ। ਇੱਥੇ 3 ਦਿਨ ਦੀਵਾਨ ਸਜਦੇ ਰਹੇ ਅਤੇ ਸੋਢੀ ਅਰਜਨ ਸਿੰਘ ਜੀ ਦਾ, ਜਿਨ੍ਹਾਂ ਨੇ ਇੱਕ ਮਸੀਤ ਵਿੱਚ ਮਸਤਗੜ੍ਹ ਸਾਹਿਬ ਗੁਰਦੁਆਰਾ ਆਬਾਦ ਕੀਤਾ ਹੋਇਆ ਸੀ, ਸੰਤ ਜੀ ਮਹਾਰਾਜ ਨਾਲ ਬੜਾ ਪ੍ਰੇਮ ਹੋ ਗਿਆ। ਫਤਿਹਗੜ੍ਹ ਸਾਹਿਬ ਤੋਂ ਸੰਤ ਜੀ ਮਸਤਗੜ੍ਹ ਸਾਹਿਬ ਗਏ ਅਤੇ ਕੁਝ ਦਿਨ ਉੱਥੇ ਹੀ ਬਿਰਾਜੇ। ਫਿਰ ਸੋਢੀ ਸਾਹਿਬ ਦੇ ਪ੍ਰੇਮ ਕਰਕੇ ਇਲਾਕੇ ਵਿੱਚ ਦੌਰਾ ਕੀਤਾ। ਸ਼ਬਦ ਦਾ ਬੜਾ ਪ੍ਰਵਾਹ ਚੱਲਿਆ ਅਤੇ ਅਨੇਕਾਂ ਮਾਈ ਭਾਈ ਨੇ ਅੰਮ੍ਰਿਤ ਪਾਨ ਕੀਤਾ। ਦੌਰਾ ਕਰਦੇ ਸੰਤ ਜੀ ਮਾਘੀ ਦੇ ਜੋੜ ਮੇਲੇ ਤੇ ਮੁਕਤਸਰ ਸਾਹਿਬ ਅੱਪੜੇ ਅਤੇ ਫਿਰ ਇਸ ਇਲਾਕੇ ਵਿੱਚ ਦੌਰਾ ਕੀਤਾ। ਅਨੇਕਾਂ ਜੀਵਾਂ ਦਾ ਉਧਾਰ ਹੋਇਆ। ਇਸ ਦੌਰੇ ਵਿੱਚ ਸੰਤ ਜੀ ਮਹਾਰਾਜ ਭਾਈ ਅਮੋਲਕ ਸਿੰਘ ਦੇ ਪਿੰਡ ਗਏ। ਇਹ ਗੁਰਦਾ ਸਿੱਖ ਕਰਾਚੀ ਮਨੋਰੇ ਸ਼ਹੀਦ ਹੋਇਆ ਸੀ। ਇਸ ਦੇ ਨਿਮਿਤ ਸੰਤ ਜੀ ਨੇ ਅਖੰਡ ਪਾਠ ਰਖਵਾਇਆ ਅਤੇ ਬੜਾ ਭਾਰੀ ਜੱਗ ਕੀਤਾ। ਫਿਰ ਹੋਰ ਨਗਰਾਂ ਵਿੱਚ ਵਿਚਰਦੇ ਸੰਤ ਜੀ ਲੱਖੀ ਜੰਗਲ ਪਹੁੰਚੇ। ਇੱਥੇ ਕਲਗੀਆਂ ਵਾਲੇ ਸਤਿਗੁਰ ਅਤੇ ਉਹਨਾਂ ਦੇ ਫਿਰਾਕ ਦੇ ਕੁੱਠੇ ਸਿੱਖਾਂ ਦੇ ਮਿਲਾਪ ਦਾ 1-2 ਦਿਨ ਰੰਗ ਮਾਣਿਆ। ਦਮਦਮਾ ਸਾਹਿਬ ਵਿਸਾਖੀ ਤੇ ਆਏ ਅਤੇ ਜੋੜ ਮੇਲੇ ਦਾ ਆਨੰਦ ਲਿਆ। ਇੱਥੋਂ ਸਾਰਾ ਜੱਥਾ ਪੋਠੋਹਾਰ ਵੱਲ ਤੁਰ ਪਿਆ। ਸਿਰਫ 2 ਸਰੀਰ ਭਾਈ ਕਲਿਆਣ ਸਿੰਘ ਜੀ ਅਤੇ ਭਾਈ ਬੂਟਾ ਸਿੰਘ ਜੀ ਨਾਲ ਰੱਖੇ। ਸਤਿਗੁਰੂ ਕਲਗੀਆਂ ਵਾਲੇ ਦੀ ਹਾਜ਼ਰੀ ਭਰਨ ਦੇ ਮਗਰੋਂ ਸੰਤ ਜੀ ਆਪਣੇ 2 ਸਾਥੀਆਂ ਸਮੇਤ ਸਿੱਧੇ ਜਵਾਹਰ ਕੀ ਨਗਰ ਆਏ, ਜਿਹੜਾ ਮਾਨਸਾ ਤੋਂ 3 ਕੁ ਮੀਲ ਦੇ ਫਾਸਲੇ ਤੇ ਰਜਵਾਹੇ ਦੇ ਕੰਢੇ ਤੇ ਵਸਦਾ ਹੈ। ਇੱਥੇ ਸੰਤ ਜੀ ਮਹਾਰਾਜ ਦੀ ਭੈਣ ਬੇਬੇ ਰਤਨ ਕੌਰ ਬਹੁਤ ਚਿਰ ਤੋਂ ਸੰਤ ਜੀ ਦੇ ਦਰਸ਼ਨਾਂ ਨੂੰ ਤਰਸ ਰਹੀ ਸੀ। ਇਸ ਸਿੱਖ ਵਿੱਚ ਵਿਸਾਖੀ ਤੋਂ ਦੂਜੇ ਦਿਨ ਜਦ ਬੇਬੇ ਘਰ ਵਿੱਚੋਂ ਬੌਕਰ ਫੇਰ ਕੇ 6 ਕੁ ਵਜੇ ਬਾਹਰ ਕੂੜਾ ਸੁੱਟਣ ਨਿਕਲੀ ਤਾਂ ਕੀ ਵੇਖਦੀ ਹੈ, ਇੱਕ ਸਾਧੂ ਸਿਰ ਤੇ ਭੂਰੀ ਦਾ ਦਸਤਾਰਾ, ਮੋਢੇ ਤੇ ਕਾਲੀ ਕੰਬਲੀ ਬੁਰਜੀ ਨਾਲ ਲੱਗਾ ਖੜਾ ਹੈ। ਜਦ ਬੇਬੇ ਨੇ ਗਊ ਨਾਲ ਦੇਖਿਆ ਤਾਂ ਤਦ ਪਛਾਣ ਲਿਆ ਕਿ ਇਹ ਤਾਂ ਮੇਰਾ ਚਿਰਾਂ ਦਾ ਵਿਛੜਿਆ ਹੋਇਆ ਵੀਰ ਹੈ। ਬੇਬੇ ਭੱਜ ਕੇ ਕੋਲ ਆ ਗਈ ਤੇ ਵੀਰ ਨੂੰ ਛਾਤੀ ਨਾਲ ਲਾਇਆ। ਫਿਰ ਸੰਤ ਜੀ ਨੇ ਆਪਣੀ ਵੱਡੀ ਭੈਣ ਦੇ ਚਰਨ ਪਰਸੇ ਤੇ ਘਰ ਵਿੱਚ ਆ ਗਏ। ਜਦ ਭੈਣ ਮੰਜੀ ਡਾਹੁਣ ਲੱਗੀ ਤਾਂ ਸੰਤਾਂ ਨੇ ਰੋਕ ਦਿੱਤਾ ਤੇ ਮੁੜੇ ਤੇ ਭੈਣ ਜੀ ਦੇ ਪਾਸ ਬੈਠ ਗਏ ਅਤੇ ਹੱਸ ਕੇ ਆਖਿਆ, ਬੇਬੇ ਜੀ, ਤੁਹਾਡਾ ਸਾਡੇ ਨਾਲ ਬੇਬੇ ਨਾਨਕੀ ਜੀ ਵਾਲਾ ਪ੍ਰੇਮ ਹੈ। ਅੱਜ ਅੰਮ੍ਰਿਤ ਵੇਲੇ ਜਦ ਇਸ਼ਨਾਨ ਕਰਦੇ ਸੀ ਤਦ ਖਿੱਚ ਹੋਈ ਸੀ ਕਿ ਬੇਬੇ ਜੀ ਯਾਦ ਕਰਦੇ ਹਨ, ਚਲੋ ਦਰਸ਼ਨ ਮੇਲਾ ਕਰ ਆਈਏ। ਉਸ ਵੇਲੇ ਅਸੀਂ ਤੁਰ ਪਏ ਅਤੇ ਸਿੱਧੇ ਤੁਹਾਡੇ ਪਾਸ ਹੀ ਅੱਪੜੇ ਹਾਂ। ਫਿਰ ਬੇਬੇ ਪ੍ਰਸ਼ਾਦ ਤਿਆਰ ਕਰਦੀ ਰਹੀ ਅਤੇ ਸੰਤ ਜੀ ਭਾਈ ਬਾਲੇ ਦੀ ਜਨਮ ਸਾਖੀ ਪੜ੍ਹਦੇ ਰਹੇ। ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਦੇ ਪ੍ਰੇਮ ਦਾ ਇੱਕ ਪ੍ਰਸੰਗ ਸੁਣਾਇਆ। ਹੁਣ ਪ੍ਰਸ਼ਾਦ ਤਿਆਰ ਹੋ ਗਿਆ ਤੇ ਭੈਣ ਨੇ ਬੜੇ ਪ੍ਰੇਮ ਨਾਲ ਛਕਾਇਆ। ਫਿਰ ਸੰਤ ਜੀ ਆਪਣੇ ਸਾਥੀਆਂ ਸਮੇਤ ਬਾਹਰ ਜੰਗਲ ਵਿੱਚ ਚਲੇ ਗਏ ਅਤੇ ਸ਼ਾਮ ਦੇ ਵਕਤ ਮੁੜ ਆਏ। 2 ਦਿਨ ਸੰਤ ਜੀ ਜਵਾਰ ਕੀ ਰਹੇ। ਫਿਰ ਅਸ਼ੋਕ ਹੀ ਇੱਥੋਂ ਚੀਮਾ ਜਾ ਪਹੁੰਚੇ। ਭਾਈ ਕਲਿਆਣ ਸਿੰਘ ਜੀ ਅਤੇ ਭਾਈ ਬੂਟਾ ਸਿੰਘ ਜੀ ਨਾਲ ਸਨ। ਜਦ ਚੀਮੇ ਆਪਣੇ ਖੇਤ ਦੇ ਨੇੜੇ ਅੱਪੜੇ ਤਾਂ ਦੂਰੋਂ ਭਾਈ ਹਰਨਾਮ ਸਿੰਘ ਜੀ ਨੰਬਰਦਾਰ ਨੇ ਦੇਖਿਆ ਕਿ 3 ਸਿੱਖ ਆਉਂਦੇ ਹਨ। ਸੰਤ ਜੀ ਮਹਾਰਾਜ ਨੇ ਭਾਈ ਹਰਨਾਮ ਸਿੰਘ ਜੀ ਨੂੰ ਦੂਰੋਂ ਪਛਾਣ ਲਿਆ ਤੇ ਆਪਣੇ ਛੋਟੀ ਉਮਰ ਦੇ ਮਿੱਤਰ ਨੂੰ ਆਵਾਜ਼ ਦਿੱਤੀ। ਭਾਈ ਹਰਨਾਮ ਸਿੰਘ ਜੀ ਨੇ ਵੀ ਬੋਲ ਪਛਾਣ ਲਿਆ। ਦੌੜਿਆ ਆਇਆ, ਚਰਨਾਂ ਤੇ ਸੀਸ ਰੱਖਿਆ, ਸੁੱਖ ਸਾਂਦ ਪੁੱਛੀ ਅਤੇ ਫਿਰ ਮਾਤਾ ਜੀ ਨੂੰ ਪਿੰਡ ਖਬਰ ਕਰਨ ਚਲਾ ਗਿਆ। ਸੰਤ ਜੀ ਅਜੇ ਖੇਤ ਵਿੱਚ ਹੀ ਸਨ। ਵਣ ਦੇ ਪਾਸ ਜਿੱਥੇ ਅੱਜ ਕੱਲ੍ਹ ਨਾਨਕਸਰ ਸਾਹਿਬ ਗੁਰਦੁਆਰਾ ਹੈ ਬੈਠ ਗਏ ਅਤੇ ਮਾਤਾ ਜੀ ਪ੍ਰਸ਼ਾਦ ਲੈ ਕੇ ਉੱਥੇ ਹੀ ਆ ਗਏ। ਘਰ ਜਾਣ ਲਈ ਬੇਨਤੀ ਕੀਤੀ ਪਰ ਸਾਰਾ ਦਿਨ ਬਾਹਰ ਹੀ ਰਹੇ ਅਤੇ ਰਾਤ ਦੇ ਸਮੇਂ ਵੱਡੇ ਡੇਰੇ ਗੁਰਦੁਆਰਾ ਭਾਈ ਬੂਟਾ ਸਿੰਘ ਜੀ ਵਿੱਚ ਆਸਣ ਕੀਤਾ। ਦੂਜੇ ਦਿਨ ਹੀ ਸੰਤ ਜੀ ਟੁਰਨ ਵਾਸਤੇ ਤਿਆਰ ਹੋ ਗਏ। ਇੱਕ ਪ੍ਰੇਮੀ ਨੇ ਜੁੱਤਾ ਲੁਕਾ ਲਿਆ। ਸੰਤ ਜੀ ਨਾਨਕਸਰ ਸਾਹਿਬ ਵਾਲੀ ਹੀਂਸ ਹੇਠ ਬੈਠੇ। ਜਦ ਦੁਪਹਿਰ ਦੇ ਵਕਤ ਮਾਤਾ ਜੀ ਪ੍ਰਸ਼ਾਦ ਲਿਆਏ, ਸੰਤਾਂ ਨੇ ਬੜੇ ਪ੍ਰੇਮ ਨਾਲ ਛਕਿਆ ਤੇ ਗੁਰੂ ਨਾਨਕ ਸਾਹਿਬ ਦੀ ਇੱਕ ਛੋਟੀ ਤਸਵੀਰ ਤੇ ਇੱਕ ਦਮੜਾ ਨਾਨਕ ਸ਼ਾਹੀ ਮਾਤਾ ਨੂੰ ਦਿੱਤਾ। ਫਿਰ ਸੰਤ ਜੀ ਬਰਾਜ ਗਏ ਅਤੇ ਘੰਟਾ ਕੁ ਹੀ ਲੇਟ ਕੇ ਨੰਗੀ ਪੈਰੀ ਸ਼ਾਹਪੁਰ ਤੋਂ ਹੁੰਦੇ ਹੋਏ ਲੌਂਗੋਵਾਲ ਜਾ ਪਹੁੰਚੇ। ਇੱਥੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਜਨਮ ਦੀ ਜਗ੍ਹਾ
ਤੇ ਇੱਕ ਝੁੱਗੀ ਵਿੱਚ ਡੇਰਾ ਕੀਤਾ। ਇੱਥੋਂ ਸੰਤ ਕੱਟੂ ਆ ਗਏ ਅਤੇ ਕੁਝ ਦਿਨ ਭਾਈ ਵਰਿਆਮ ਸਿੰਘ ਜੀ ਪਾਸ ਠਹਿਰੇ। ਜਿਸ ਦਿਨ ਸੰਤ ਜੀ ਚੀਮੇ ਆਏ ਸਨ ਉਸ ਦਿਨ ਸੂਬੇਦਾਰ ਦਲੇਰ ਸਿੰਘ ਕਿਧਰੇ ਬਾਹਰ ਗਿਆ ਹੋਇਆ ਸੀ। ਜਦ ਉਹ ਮੁੜ ਕੇ ਆਪਣੇ ਨਗਰ ਆਇਆ ਤਦ ਉਸਨੂੰ ਪਤਾ ਲੱਗਾ ਕਿ ਸੰਤ ਜੀ ਪਿੰਡ ਆਏ ਸਨ ਅਤੇ ਇਸ ਵੇਲੇ ਕੱਟੂ ਹਨ। ਉਹ ਸੰਤ ਜੀ ਮਹਾਰਾਜ ਦੇ ਮਗਰ ਗਿਆ ਤੇ ਆਪਣੀ ਬੀਬੀ ਦੇ ਆਨੰਦ ਦੀ ਮਠਿਆਈ ਨਾਲ ਲੈ ਗਿਆ। ਜਦ ਕੱਟੂ ਪਹੁੰਚਿਆ ਤਦ ਬੜੇ ਪ੍ਰੇਮ ਨਾਲ ਸੰਤ ਜੀ ਮਹਾਰਾਜ ਨੂੰ ਮੱਥਾ ਟੇਕਾ ਤੇ ਮਠਿਆਈ ਭੇਟ ਅੱਗੇ ਧਰੀ। ਸੰਤ ਜੀ ਮਹਾਰਾਜ ਨੇ ਆਖਿਆ ਕਿ ਸੂਬੇਦਾਰ ਸਾਹਿਬ ਇੰਨੀ ਖੇਚਲ ਕਿਉਂ ਕਰਨੀ ਸੀ। ਸੂਬੇਦਾਰ ਦਲੇਰ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਪਰਿਵਾਰ ਤਾਂ ਮਠਿਆਈ ਖਾਏ ਅਤੇ ਤੁਸੀਂ ਨਾ ਖਾਓ। ਸੰਤ ਜੀ ਮਹਾਰਾਜ ਇਹ ਸਧਾਰਨ ਪ੍ਰੇਮ ਦਾ ਬਚਨ ਸੁਣ ਕੇ ਬੜੇ ਆਨੰਦ ਹੋਏ ਅਤੇ ਉਸ ਵੇਲੇ ਮਠਿਆਈ ਖਾਣ ਲੱਗ ਪਏ ਤੇ ਬਾਕੀ ਦੀ ਸਾਧ ਸੰਗਤ ਵਿੱਚ ਵਰਤਾਈ। ਕੱਟੂ ਤੋਂ ਸੰਤ ਅੰਮ੍ਰਿਤਸਰ ਸਾਹਿਬ ਗਏ। ਇੱਥੇ ਸੰਤ ਜੀ ਮਹਾਰਾਜ ਦੇ ਜਥੇ ਦੇ ਕੁਝ ਸਰੀਰ ਜੋ ਕਿ ਦਮਦਮੇ ਸਾਹਿਬ ਤੋਂ ਪਿੱਛੇ ਮੋੜ ਦਿੱਤੇ ਗਏ ਸਨ ਸੰਤ ਜੀ ਨੂੰ ਮਿਲ ਪਏ। ਅੰਮ੍ਰਿਤਸਰ ਸਾਹਿਬ ਤੋਂ ਸੰਤ ਜੀ ਨੂੰ ਸੇਠ ਰਤਨ ਸਿੰਘ ਕੋਹਾਟ ਲੈ ਗਿਆ ਅਤੇ ਕੁਝ ਦਿਨ ਬੜੇ ਪ੍ਰੇਮ ਨਾਲ ਸੇਵਾ ਕੀਤੀ। ਕੋਹਾਟ ਦੀ ਸਾਧ ਸੰਗਤ ਦਰਸ਼ਨ ਕਰਕੇ ਬੜੀ ਨਿਹਾਲ ਹੋਈ ਅਤੇ ਫੌਜੀ ਸਿੱਖ ਟੁੱਟ ਕੇ ਸੰਤ ਜੀ ਮਹਾਰਾਜ ਦੇ ਚਰਨ ਪਰਸਨ ਲਈ ਆਏ। ਇੱਥੇ ਸੰਤ ਜੀ ਮਹਾਰਾਜ ਦੇ 54 ਨੰਬਰ ਪਲਟਨ ਵਿੱਚ ਅੰਮ੍ਰਿਤ ਛਕਣ, ਭਾਈ ਜੋਧ ਸਿੰਘ ਦੀ ਸੇਵਾ ਕਰਨ, ਅਤੁੱਟ ਬੰਦਗੀ ਕਰਨ ਅਤੇ ਫਿਰ ਵੈਰਾਗ ਵਿੱਚ ਹਜ਼ੂਰ ਸਾਹਿਬ ਜਾ ਕੇ ਤਪ ਕਰਨ ਦਾ ਹਰ ਇੱਕ ਸਿਪਾਹੀ ਬੱਚੇ ਨੂੰ ਪਤਾ ਸੀ। ਨਾਮ ਬਾਣੀ ਦਾ ਬੜਾ ਪ੍ਰਵਾਹ ਚੱਲਿਆ। ਫਿਰ ਫੌਜੀ ਸਿੱਖ ਅਤੇ ਸ਼ਹਿਰ ਦੇ ਪ੍ਰੇਮੀ ਸਤਨਾਮ ਦੀ ਰੰਗਣ ਵਿੱਚ ਰੰਗੇ ਗਏ। ਦੁਪਹਿਰ ਤੋਂ ਪ੍ਰਸ਼ਾਦ ਮਗਰੋਂ ਸੰਤ ਜੀ ਬਾਹਰ ਜਾ ਕੇ ਸ਼ਹਿਰ ਤੋਂ ਕੁਝ ਮੀਲ ਦੇ ਫਾਸਲੇ ਤੇ ਨਾਲੇ ਤੋਂ ਪਾਰ ਇੱਕ ਪਹਾੜ ਦੀ ਕੰਦਰਾਂ ਵਿੱਚ ਜਾ ਵਿਰਾਜਦੇ। ਇੱਥੇ ਸ਼ਹਿਰ ਤੋਂ ਬੇਅੰਤ ਮਾਈ ਭਾਈ ਆ ਜਾਂਦੇ ਅਤੇ ਬੜਾ ਭਾਰੀ ਮੇਲਾ ਲੱਗ ਜਾਂਦਾ। ਸੰਗਤਾਂ ਦਾ ਇਹ ਪ੍ਰੇਮ ਅਤੇ ਕੁਦਰਤੀ ਇਕਾਂਤ ਦੇਖ ਕੇ ਸੰਤ ਜੀ ਮਹਾਰਾਜ ਨੇ ਸੋਧਰ ਦਾ ਦੀਵਾਨ ਨਾਲੇ ਦੀ ਰੇਤ ਦੇ ਪਰਲੇ ਮੈਦਾਨ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ। ਬੜਾ ਰੰਗ ਬਣਦਾ ਰਿਹਾ ਅਤੇ ਬਹੁਤ ਸਾਰੇ ਪਠਾਨਾਂ ਨੇ ਦੀਦਾਰ ਕਰਕੇ ਸਤਿਗੁਰੂ ਨਾਨਕ ਦਾ ਜਸ ਸੁਣਿਆ। ਸੰਗਤ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਲਿਆਉਣ ਲਈ ਬੇਨਤੀ ਕੀਤੀ ਪਰ ਸੰਤ ਜੀ ਮਹਾਰਾਜ ਨੇ ਮਨਾ ਕਰ ਦਿੱਤਾ ਕਿ ਨਾ ਜਾਣੀਏ ਕੋਈ ਨਿਰਾਦਰੀ ਕਰ ਬੈਠੇ। ਕੋਹਾਟ ਤੋਂ ਭਾਈ ਕਰਬਾਰਾ ਸਿੰਘ ਜੀ ਆ ਕੇ ਸੰਤ ਜੀ ਮਹਾਰਾਜ ਨੂੰ ਡੇਰੇ ਖਾਲਸੇ ਲੈ ਗਏ। ਉੱਥੇ ਉਹਨਾਂ ਨੇ ਨਵਾਂ ਮਕਾਨ ਬਣਾਇਆ ਸੀ। ਉਸ ਵਿੱਚ ਸੰਤ ਜੀ ਮਹਾਰਾਜ ਪਾਸੋਂ ਅਖੰਡ ਪਾਠ ਰਖਵਾਉਣਾ ਸੀ। ਕਥਾ ਪੜ੍ਹਦੇ ਹੋਏ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਕਿਰਪਾ ਕਰਕੇ ਮਾਫੀ ਦਾ ਦਾਨ ਬਖਸ਼ਣਾ। ਅਗਲੇ ਭਾਗ ਦੇ ਵਿੱਚ ਆਪਾਂ ਦੇਖਾਂਗੇ ਕਿ ਸੰਤ ਜੀ ਦੀ ਮਾਤਾ ਦਾ ਸੰਗਤ ਰੂਪ ਹੋਣਾ ਅਤੇ ਮਸਤੂਆਣੇ ਸਾਹਿਬ ਦਾ ਪ੍ਰਗਟ ਹੋਣਾ, ਇਹ ਸਭ ਅਗਲੇ ਭਾਗ ਦੇ ਵਿੱਚ ਦੇਖਾਂਗੇ। ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਅਗਲੇ ਭਾਗਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।